So, very good morning to all of the students. This is Sarbrinder here, and I'll be taking your fluid mechanics for civil engineering diploma courses. So fluid mechanics is a subject which is of quintessential value in civil engineering. ਸਿਵਲ ਇੰਜੀਨੀਅਰਿੰਗ ਦੇ ਵਿੱਚ ਫਲੂਇਡ ਮਕੈਨਿਕਸ ਦੀ ਇੱਕ ਬਹੁਤ ਹੀ ਜ਼ਿਆਦਾ ਮਹੱਤਤਾ। ਸੋ ਭਾਵੇਂ ਉਹ ਐਪਲੀਕੇਸ਼ਨ ਹੋਵੇ ਰਿਲੇਟਿਡ ਟੂ ਦੀ ਕਲੀਨ ਵਾਟਰ ਸਿਸਟਮ ਜਾਂ ਫਿਰ ਆਪਾਂ ਗੱਲ ਕਰਨੀ ਹੋਵੇ ਟਰਬਾਈਨਸ ਦੀ, ਪੰਪਸ ਦੀ, ਵਾਲਵਸ ਦੀ, ਭਾਵੇਂ ਆਪਾਂ ਗੱਲ ਕਰਨੀ ਹੋਵੇ ਏਅਰ ਕੰਡੀਸ਼ਨਿੰਗ ਡਕਟਸ ਦੀ, ਜਾਂ ਫਿਰ ਅਸੀਂ ਐਗਜ਼ਾਮਪਲ ਲੈਣੀ ਹੋਵੇ ਪੋਲਿਊਸ਼ਨ ਰਿਮੂਵ ਕਰਨ ਦੀ ਏਅਰ ਚੋਂ, ਜਾਂ ਫਿਰ ਪੋਲਿਊਸ਼ਨ ਰਿਮੂਵ ਕਰਨਾ ਹੋਵੇ ਅਸੀਂ ਫਰੋਮ ਦੀ ਵਾਟਰ ਐਂਡ ਫਾਇਰ ਹੋ ਗਈ, ਕੰਬਸ਼ਨਸ ਹੋ ਗਈਆਂ, ਹੀਟਿੰਗ, ਵੈਂਟੀਲੇਸ਼ਨ, ਏਅਰ ਕੰਡੀਸ਼ਨਿੰਗ ਐਂਡ ਦੇਰ ਆਰ ਨੰਬਰ ਆਫ ਐਪਲੀਕੇਸ਼ਨਸ ਆਫ ਫਲੂਇਡ ਮਕੈਨਿਕਸ। ਫੋਰ ਐਗਜ਼ਾਮਪਲ ਤੁਸੀਂ ਸਪਿਲਵੇਜ਼ ਡਿਜ਼ਾਈਨ ਕਰਨੇ ਹੋਣ, ਤੁਸੀਂ ਡੈਮਸ ਡਿਜ਼ਾਈਨ ਕਰਨੇ ਹੋਣ, ਤੁਸੀਂ ਹਾਈਡਰੋ ਇਲੈਕਟ੍ਰਿਕ ਡੈਮਸ ਡਿਜ਼ਾਈਨ ਕਰਨੇ ਹੋਣ, ਤੁਸੀਂ ਇੱਕ ਕਮਰਸ਼ੀਅਲ ਇਰੀਗੇਸ਼ਨ ਸਿਸਟਮ ਡਿਜ਼ਾਈਨ ਕਰਨਾ ਹੋਵੇ, ਜਾਂ ਫਿਰ ਤੁਸੀਂ ਇੱਕ ਵਾਟਰ ਨੂੰ ਡਰੇਨ ਕਰਨਾ ਹੋਵੇ ਫਰੋਮ ਯੋਰ ਰੂਫਸ, ਜਾਂ ਫਿਰ ਆਪਣੇ ਸਟਰਕਚਰਸ ਤੋਂ, ਆਪਣੀਆਂ ਸਾਈਡ ਵਾਕਸ ਤੋਂ, ਸਟਰੀਟਸ ਚੋਂ, ਜਾਂ ਫਿਰ ਤੁਸੀਂ ਇੱਕ ਸਿੰਪਲ ਤੁਸੀਂ ਇੱਕ ਪੌਂਡ ਹੀ ਕਿਉਂ ਨਾ ਡਿਜ਼ਾਈਨ ਕਰਨਾ ਹੋਵੇ, ਜਾਂ ਫਿਰ ਤੁਸੀਂ ਇੱਕ ਸਿੰਪਲ ਡਿਜ਼ਾਈਨ ਕਰਨਾ ਹੋਵੇ ਆਪਣਾ ਸਿਵੇਜ ਸਿਸਟਮ। ਜਦੋਂ ਤੱਕ ਤੁਹਾਨੂੰ ਇਹ ਨਹੀਂ ਪਤਾ ਹੋਊਗਾ ਕਿ ਜਿਹੜਾ ਤੁਹਾਡਾ ਸਿਵੇਜ ਸਿਸਟਮ ਆ ਉਹਦੇ ਵਿੱਚੋਂ ਕੀ ਫਲੋ ਕਰ ਰਿਹਾ ਐਂਡ ਉਹਦੀਆਂ ਪ੍ਰੋਪਰਟੀਜ਼ ਕੀ ਨੇ ਐਂਡ ਉਹਨੂੰ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਹਾਂ, ਉਦੋਂ ਤੱਕ ਅਸੀਂ ਫਲੂਇਡ ਮਕੈਨਿਕਸ ਸਾਨੂੰ ਇਹਦਾ ਮਤਲਬ ਕੀ ਨਹੀਂ ਆਉਂਦੀ। ਸੋ ਇਟ ਸਿੰਪਲੀ ਮੀਨਸ ਕਿ ਆਪਾਂ ਜੋ ਪੜਾਂਗੇ ਇਟ ਇਜ਼ ਸਿੰਪਲੀ ਰਿਲੇਟਿਡ ਟੂ ਦਾ ਫਲੂਇਡ, ਚਾਹੇ ਉਹ ਸੀਵੇਜ ਸਿਸਟਮ ਦੀ ਗੱਲ ਕਰੀਏ, ਜਾਂ ਫਿਰ ਆਪਾਂ ਫਰੈਸ਼ ਵਾਟਰ ਡਿਲੀਵਰੀ ਸਿਸਟਮ ਦੀ ਗੱਲ ਕਰੀਏ, ਜਾਂ ਫਿਰ ਆਪਾਂ ਕਮਰਸ਼ੀਅਲ ਐਕੁਏਰੀਅਮਸ ਦੀ ਗੱਲ ਕਰੀਏ। ਕੋਈ ਵੀ ਐਸੀ ਐਪਲੀਕੇਸ਼ਨ ਨਹੀਂ ਹੈਗੀ ਡੇਲੀ ਲਾਈਫ ਦੀ ਜਿਹਦੇ ਵਿੱਚ ਅਸੀਂ ਫਲੂਇਡ ਮਕੈਨਿਕਸ ਯੂਜ਼ ਨਹੀਂ ਕਰਦੇ। ਨਾਓ ਫਸਟ ਆਫ ਬਿਫੋਰ ਆਈ ਗੈਟ ਇਨਟੂ ਦੀ ਡਿਟੇਲਸ ਆਫ ਫਲੂਇਡ ਮਕੈਨਿਕਸ, ਸਾਨੂੰ ਇੱਕ ਬੜੀ ਹੀ ਬੇਸਿਕ ਚੀਜ਼ ਪਤਾ ਹੋਣੀ ਚਾਹੀਦੀ ਆ ਕਿ ਫਲੂਇਡ ਹੈ ਕੀ। Because you are a diploma students and I'm going to assume that ਤੁਹਾਨੂੰ ਜਿਹੜੇ ਬੇਸਿਕਸ ਨੇ ਆਪਾਂ ਉੱਥੋਂ ਹੀ ਸ਼ੁਰੂ ਕਰਾਂਗੇ, ਰਾਈਟ। ਸੋ ਫਸਟ ਆਫ ਜਿਹੜਾ ਅੱਜ ਦਾ ਲੈਕਚਰ ਹੋਊਗਾ ਉਹਦੇ ਵਿੱਚ ਆਪਾਂ ਇਹ ਪੜਾਂਗੇ ਕਿ ਫਲੂਇਡਸ ਕੀ ਨੇ, ਰਾਈਟ, ਐਂਡ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਫਲੂਇਡ ਮਕੈਨਿਕਸ ਕੀ ਆ, ਐਂਡ ਫਲੂਇਡ ਮਕੈਨਿਕਸ ਕੀ ਆ। ਓਕੇ, ਸੋ ਫਲੂਇਡ ਮਕੈਨਿਕਸ ਕੀ ਆ ਐਂਡ ਉਹਨੂੰ ਆਪਾਂ ਕਿਵੇਂ ਯੂਟੀਲਾਈਜ਼ ਕਰ ਸਕਦੇ ਹਾਂ ਐਂਡ ਆਲ। ਐਂਡ ਪਹਿਲੀ ਚੀਜ਼ ਕੀ ਆ ਫਲੂਇਡ ਜੇ ਆਪਾਂ ਇੱਕ ਬੜੀ ਸਿੰਪਲ ਭਾਸ਼ਾ ਦੇ ਵਿੱਚ ਆਪਾਂ ਕਿਸੇ ਵੀ ਬੰਦੇ ਨੂੰ ਸਮਝਾਉਣਾ ਹੋਵੇ, ਕਿਸੇ ਵੀ ਇੱਕ ਲੇਮੈਨ ਨੂੰ, ਕਿਸੇ ਵੀ ਇੱਕ ਨੋਵਾਈਸ ਨੂੰ, ਫਲੂਇਡ ਦਾ ਮਤਲਬ ਆ ਇੱਕ ਉਹ ਸਬਸਟਾਂਸ ਜਿਹੜੀ ਫਲੋ ਕਰ ਸਕਦੀ ਆ, ਇੱਕ ਇਹੋ ਜਿਹੀ ਚੀਜ਼ ਜਿਹੜੀ ਫਲੋ ਕਰ ਸਕਦੀ ਆ। ਐਂਡ ਫਲੋ ਹੋਣ ਦੇ ਕਾਰਨ ਕਈ ਹੋ ਸਕਦੇ ਨੇ, ਪ੍ਰੈਸ਼ਰ ਡਿਫਰੈਂਸ ਫੋਰ ਐਗਜ਼ਾਮਪਲ, ਜਾਂ ਫਿਰ ਉਸ ਚੀਜ਼ ਤੇ ਕੋਈ ਸ਼ੇਅਰ ਸਟ੍ਰੈਸ ਲੱਗ ਰਹੀ ਹੋਵੇ, ਜਾਂ ਫਿਰ ਉਸ ਚੀਜ਼ ਤੇ ਕੋਈ ਫੋਰਸ ਲੱਗ ਰਹੀ ਹੋਵੇ। ਇੱਕ ਸਿੰਪਲ ਤੁਸੀਂ ਪਾਣੀ ਦਾ ਜੱਗ ਲਓ ਐਂਡ ਤੁਸੀਂ ਇਹਨੂੰ ਡੋਲ ਦਿਓ, ਇਟ ਸਿੰਪਲੀ ਮੀਨਸ ਕਿ ਜਿਹੜਾ ਤੁਹਾਡਾ ਫਲੂਇਡ ਆ ਉਹ ਫਲੋ ਕਰ ਰਿਹਾ। ਪਰ ਜੇ ਆਪਾਂ ਟੈਕਨੀਕਲ ਲੈਂਗੁਏਜ ਵਿੱਚ ਇਹਦੀ ਗੱਲ ਕਰੀਏ, ਫਲੂਇਡ ਇੱਕ ਇਹੋ ਜਿਹੀ ਸਬਸਟਾਂਸ ਆ ਜਿਹੜੀ ਕੰਟੀਨਿਊਸਲੀ ਡੀਫਾਰਮ ਹੁੰਦੀ ਰਹਿੰਦੀ ਆ। ਡੀਫਾਰਮ ਤੋਂ ਕੀ ਭਾਵ ਆ ਮੇਰਾ? ਡੀਫਾਰਮ ਤੋਂ ਮਤਲਬ ਆ ਕਿ ਕੋਈ ਵੀ ਚੀਜ਼ ਕੰਟੀਨਿਊਸਲੀ ਮੂਵ ਕਰ ਰਹੀ ਆ, ਉਹਦੇ ਤੇ ਸਟ੍ਰੈਸ ਲੱਗ ਰਹੀ ਆ, ਐਂਡ ਸਟ੍ਰੈਸ ਜਿਹੜੀ ਆ ਉਹਦੇ ਵਿੱਚ ਇਹ ਨਹੀਂ ਆ ਕਿ ਸਟ੍ਰੈਸ ਉੱਤੇ 1 ਕਿਲੋ ਨਿਊਟਨ ਲੱਗ ਰਹੀ ਆ ਜਾਂ 20 ਕਿਲੋ ਨਿਊਟਨ ਲੱਗ ਰਹੀ ਆ। ਥੋੜੀ ਜਿਹੀ ਸਟ੍ਰੈਸ ਲੱਗਣ ਦੇ ਨਾਲ ਵੀ ਜਿਹੜਾ ਤੁਹਾਡਾ ਫਲੂਇਡ ਆ ਉਹ ਤੁਹਾਡਾ ਮੂਵ ਕਰ ਰਿਹਾ, ਉਹ ਕੰਟੀਨਿਊਸਲੀ ਮੂਵ ਕਰ ਰਿਹਾ। ਜਾਂ ਇਹਨੂੰ ਆਪਾਂ ਟੈਕਨੀਕਲ ਲੈਂਗੁਏਜ ਵਿੱਚ ਕੀ ਕਹਿ ਦਿੰਦੇ ਕਿ ਜਿਹੜਾ ਮੇਰਾ ਫਲੂਇਡ ਆ ਉਹ ਕੀ ਕਰ ਰਿਹਾ, ਉਹ ਫਲੋ ਕਰ ਰਿਹਾ। ਸੋ ਇੱਕ ਇਹੋ ਜਿਹੀ ਸਬਸਟਾਂਸ ਇੱਕ ਇਹੋ ਜਿਹੀ ਸਬਸਟਾਂਸ ਸਟੂਡੈਂਟਸ ਕਿ ਜਿਹੜੀ ਫਲੋ ਕਰ ਸਕੇ, ਉਸ ਚੀਜ਼ ਨੂੰ ਕੀ ਕਹਿੰਦੇ ਆਪਾਂ? ਫਲੂਇਡ। ਨਾਓ ਮਕੈਨਿਕਸ ਸਬਜੈਕਟ ਆ ਸਾਡਾ, ਫਲੂਇਡ ਮਕੈਨਿਕਸ। ਫਲੂਇਡ ਮੀਨਸ ਇੱਕ ਇਹੋ ਜਿਹੀ ਸਬਸਟਾਂਸ ਜਿਹੜੀ ਫਲੋ ਕਰ ਸਕੇ, ਤੇ ਮਕੈਨਿਕਸ ਮੀਨਸ ਕਿ ਜਿਹੜੀਆਂ ਫੋਰਸਿਸ ਉਹਨੂੰ ਫਲੋ ਕਰ ਰਹੀਆਂ ਨੇ, ਉਹਨਾਂ ਦੀ ਜਿਹੜੀ ਸਟੱਡੀ ਆ, ਉਹਨਾਂ ਦਾ ਜਿਹੜਾ ਮੈਗਨੀਟਿਊਡ ਆ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਦੇ ਆਰ ਨੋਨ ਐਜ਼ ਦੀ ਮਕੈਨਿਕਸ। ਮਕੈਨਿਕਸ ਸਿੰਪਲੀ ਮੀਨਸ ਦੀ ਸਟੱਡੀ ਆਫ ਦੀ ਫੋਰਸਿਸ, the study of the forces, ਉਹ ਫੋਰਸਿਸ ਦੀ ਸਟੱਡੀ ਜਿਹੜੇ ਫਲੂਇਡ ਨੂੰ ਮੂਵ ਕਰ ਰਹੇ ਨੇ, ਰਾਈਟ। ਸੋ ਫਸਟ ਆਫ ਜੇ ਆਪਾਂ ਕਨੈਕਸ਼ਨ ਆਫ ਫਲੂਇਡ ਦੀ ਗੱਲ ਕਰੀਏ, fluid is a state of matter that cannot sustain any shear stress।
ਸਟੇਟ ਆਫ ਮੈਟਰ ਕੀ ਹੈ ਗਾਇਸ? ਸਟੇਟ ਆਫ ਮੈਟਰ ਸਾਡੀਆਂ ਕਈ ਸਟੇਟਸ ਆਫ ਮੈਟਰ ਹੁੰਦੀਆਂ ਨੇ। ਫੋਰ ਐਗਜ਼ਾਮਪਲ ਆਪਾਂ ਜੇ ਗੱਲ ਕਰੀਏ ਗੈਸ ਇਜ਼ ਅ ਸਟੇਟ ਆਫ ਮੈਟਰ, liquid is a state of matter, solid is a state of matter, plasma is a state of matter, black body is a state of matter, gray body is a state of matter. So matter ਕੀ ਆ ਕਿ anything which occupy space, ਉਹ ਚੀਜ਼ ਜਿਹੜੀ space occupy ਕਰ ਰਹੀ ਆ, ਚਾਹੇ ਉਹ ਗੈਸ ਹੋਏ, ਚਾਹੇ ਉਹ solid ਹੋਏ, ਚਾਹੇ ਉਹ liquid ਹੋਵੇ, ਚਾਹੇ ਉਹ plasma ਹੋਵੇ, ਪਰ ਸਾਡੀ ਜਿਹੜੀ discussion ਦਾ topic ਰਹੂਗਾ that will be gases and liquids। ਉਸ ਤੋਂ ਬਾਹਰ ਆਪਾਂ ਨਹੀਂ ਜਾਵਾਂਗੇ। ਆਪਾਂ ਬਸ ਉਹ ਚੀਜ਼ ਦੇਖਣੀ ਆ ਕਿ ਜਿਹੜਾ ਮੇਰਾ ਫਲੂਇਡ ਆ ਉਹ ਮੇਰਾ ਫਲੋ ਕਰ ਰਿਹਾ, ਉੱਤੇ ਕਿਹੜੀ ਫੋਰਸ ਲੱਗ ਰਹੀ ਆ, ਉਹਦੀਆਂ ਪ੍ਰੋਪਰਟੀਜ਼ ਕੀ ਨੇ, ਤੇ ਉਹ ਆਪਾਂ ਪ੍ਰੋਪਰਟੀਜ਼ ਨੂੰ ਡਿਟਰਮਿਨ ਕਿਵੇਂ ਕਰ ਸਕਦੇ ਆ। ਠੀਕ ਆ ਜੀ, ਓਕੇ ਗਾਇਸ। ਤੇ ਜਿਹੜੀ ਦੂਸਰੀ ਗੱਲ ਆ, ਜਿਹੜਾ ਤੁਹਾਡਾ ਇੱਕ ਕੋਰਸ ਆ, ਇਟ ਇਜ਼ ਡਿਵਾਈਡਡ ਇਨਟੂ 3 ਪਾਰਟਸ। ਜਿਹੜਾ ਪਹਿਲਾ ਪਾਰਟ ਆ ਤੁਹਾਡਾ that is known as the fluid statics, ਦੂਸਰਾ ਜਿਹੜਾ ਪਾਰਟ ਆ that is the fluid kinematics, ਜਿਹੜਾ ਥਰਡ ਪਾਰਟ ਆ that is the fluid dynamics। ਜਿਹੜਾ ਆਪਾਂ ਪਹਿਲਾ fluid statics ਦੀ ਗੱਲ ਕਰਦੇ ਆ, it means ਕਿ fluid at rest, ਉਹ ਜਿਹੜਾ ਮੇਰਾ fluid ਆ ਉਹ ਕਿਹਦੇ ਤੇ ਆ, it is at rest, ਐਂਡ ਉੱਤੇ ਕਿਹੜੀਆਂ ਫੋਰਸਿਸ ਲੱਗ ਰਹੀਆਂ ਨੇ, ਐਂਡ ਉਹਨਾਂ ਨੂੰ ਆਪਾਂ ਕਿਵੇਂ ਐਨਾਲਾਈਜ਼ ਕਰ ਸਕਦੇ ਆ, ਉਹ ਸਾਰਾ ਕੁਝ ਜਿਹੜਾ ਵਾ ਆਪਾਂ ਖਿੱਚ ਪੜਾਂਗੇ ਫਲੂਇਡ ਸਟੈਟਿਕਸ ਵਿੱਚ। ਸਟੈਟਿਕ ਦਾ ਮਤਲਬ ਆ ਕਿ ਜਿਹੜਾ ਫਲੂਇਡ ਆ ਉਹ ਮੇਰਾ ਕਿਤੇ ਆ, ਰੈਸਟ ਤੇ ਆ ਉਹ। ਦੈਨ ਇਜ਼ ਦੀ ਕਾਈਨੈਮੈਟਿਕਸ। ਕਾਈਨੈਮੈਟਿਕਸ ਮੀਨਸ ਕਿ ਜਦੋਂ ਆਪਾਂ ਵੈਲੋਸਿਟੀ ਤੇ ਐਕਸਲਰੇਸ਼ਨ ਦੀ ਗੱਲ ਕਰਦੇ ਆ, ਕੋਈ ਵੀ ਮੇਰਾ ਫਲੂਇਡ ਮੂਵ ਕਰ ਰਿਹਾ ਐਂਡ ਉਹਦੀ ਕਿੰਨੀ ਵੈਲੋਸਿਟੀ ਆ ਤੇ ਕਿੰਨੀ ਐਕਸਲਰੇਸ਼ਨ ਆ ਉਹਦੀ, ਉਹ ਚੀਜ਼ ਜਿਹੜੀ ਆ ਉਹ ਚੀਜ਼ ਆਪਾਂ ਫਾਈਂਡ ਆਊਟ ਕਰਨੀ ਹੋਵੇ, ਆਪਾਂ ਕੀ ਯੂਜ਼ ਕਰਦੇ ਆ, ਫਲੂਇਡ ਕਾਈਨੈਮੈਟਿਕਸ। ਫਿਰ ਤੀਸਰੀ ਗੱਲ ਆਉਂਦੀ ਆ ਤੁਹਾਡੀ ਫਲੂਇਡ ਡਾਇਨਾਮਿਕਸ ਦੀ। ਫਲੂਇਡ ਡਾਇਨਾਮਿਕਸ, ਫਲੂਇਡ ਮੀਨਸ ਐਨੀਥਿੰਗ ਵਿਚ ਕੈਨ ਫਲੋ ਐਂਡ ਡਾਇਨਾਮਿਕ ਮੀਨਸ ਦੀ ਫੋਰਸਿਸ ਇਨ ਮੋਸ਼ਨ। ਕਾਈਨੈਮੈਟਿਕਸ ਦੇ ਵਿੱਚ ਆਪਾਂ ਕਦੀ ਵੀ ਫੋਰਸਿਸ ਨੂੰ ਕੰਸੀਡਰ ਨਹੀਂ ਕਰਦੇ। ਆਪਾਂ ਸਿੰਪਲ ਕਹਿੰਦੇ ਕਿ ਹਾਂਜੀ ਜੀ ਫਲੂਇਡ ਫਲੋ ਕਰ ਰਿਹਾ, ਸਿੰਪਲੀ ਕਰ ਰਿਹਾ, ਵੀ ਆਰ ਨਾਟ ਟੇਕਿੰਗ ਇਨਟੂ ਅਕਾਊਂਟ ਐਨੀ ਫੋਰਸਿਸ, ਆਪਾਂ ਫੋਰਸਿਸ ਨੂੰ ਨਹੀਂ ਲੈ ਰਹੇ। ਬਟ ਇਨ ਕੇਸ ਆਫ ਦੀ ਡਾਇਨਾਮਿਕਸ ਆਪਾਂ ਕੀ ਕਰ ਰਹੇ ਆ, ਆਪਾਂ ਸਟੱਡੀ ਕਰ ਰਹੇ ਆ ਫੋਰਸਿਸ ਦੀ, ਜਿਹਦੇ ਕਰਕੇ ਜਿਹੜਾ ਮੇਰਾ ਫਲੂਇਡ ਆ ਉਹ ਮੂਵ ਕਰ ਰਿਹਾ। ਸੋ ਆਪਾਂ ਡਿਟੇਲ ਵਿੱਚ ਨਹੀਂ ਜਾਵਾਂਗੇ, ਆਪਾਂ ਸਿੰਪਲ ਕਨਸੈਪਟ ਰੱਖਾਂਗੇ, ਦੀ ਡੈਫੀਨੇਸ਼ਨ ਆਫ ਫਲੂਇਡ। ਸੋ ਫਲੂਇਡ ਦੀ ਡੈਫੀਨੇਸ਼ਨ ਕੀ ਆ ਗਾਇਸ? ਅ ਫਲੂਇਡ ਇਜ਼ ਅ ਸਬਸਟੈਂਸ ਦੈਟ ਡਿਫਾਰਮਸ ਕੰਟੀਨਿਊਸਲੀ। ਹੁਣ ਇਸ ਤੋਂ ਕੀ ਭਾਵ ਆ? ਫੋਰ ਐਗਜ਼ਾਮਪਲ ਤੁਹਾਡਾ ਐਲੀਮੈਂਟ ਆ 011 ਡੈਸ਼, ਸੋ ਦਿਸ ਇਜ਼ ਦੀ ਐਲੀਮੈਂਟ 011 ਡੈਸ਼। ਤੁਸੀਂ ਫਿਗਰ 1.2 ਨੂੰ ਰੈਫਰ ਕਰੋ ਗਾਇਸ। ਤੁਸੀਂ ਦੇਖੋਗੇ ਕਿ ਸ਼ੇਅਰ ਸਟ੍ਰੈਸ ਜਿਹੜੀ ਆ ਉਹ ਇਸ ਡਾਇਰੈਕਸ਼ਨ ਵਿੱਚ ਲੱਗ ਰਹੀ ਆ, ਟੂਵਰਡਸ ਦੀ ਰਾਈਟ ਹੈਂਡ ਸਾਈਡ। ਸ਼ੇਅਰ ਸਟ੍ਰੈਸ ਸਿੰਪਲੀ ਮੀਨਸ ਦੈਟ ਇਜ਼ ਦੀ ਫੋਰਸ ਪਰ ਯੂਨਿਟ ਏਰੀਆ। ਓਕੇ, ਇਹ ਹਮੇਸ਼ਾ ਇੰਡਿਊਸ ਹੁੰਦੀ ਆ, ਇਹ ਕਦੀ ਵੀ ਆਪਾਂ ਦਿੰਨੇ ਨਹੀਂ ਆ, ਦਿਸ ਇਜ਼ ਆਲਵੇਜ਼ ਇੰਡਿਊਸਡ। ਸੋ ਬੇਸ਼ੱਕ ਕਿ ਜਿਹੜਾ ਮੇਰਾ ਫਲੂਇਡ ਆ ਉਹ ਕਾਫੀ ਕੀ ਕਹਿੰਦੇ ਵੀਕ ਹੁੰਦਾ, ਉਹਦੀ ਜਿਹੜੀ ਆਪਸ ਵਿੱਚ ਜਿਹੜੀ ਮੋਲੀਕਿਊਲਸ ਦੀ ਜਿਹੜੀ ਮੇਰੀ ਕੀ ਕਹਿੰਦੇ ਆ ਪਕੜ ਹੁੰਦੀ ਆ ਕਾਫੀ ਘੱਟ ਹੁੰਦੀ ਆ ਉਹ, ਬਟ ਸਟਿਲ ਕੋਈ ਨਾ ਕੋਈ ਰੈਜ਼ਿਸਟੈਂਸ ਉਹ ਦਿੰਦਾ ਉਹ ਕਿਸੇ ਵੀ ਫੋਰਸ ਨੂੰ। ਇਸ ਕੇਸ ਵਿੱਚ ਵੀ ਦਊਗਾ, ਬਟ ਤੁਸੀਂ ਕੀ ਦੇਖ ਰਹੇ ਹੋ ਕਿ ਜਿਹੜਾ ਮੇਰਾ ਫਲੂਇਡ ਐਲੀਮੈਂਟ 011 ਡੈਸ਼ ਸੀਗਾ, ਜਦੋਂ ਤੇ ਥੋੜੀ ਜਿਹੀ ਸ਼ੇਅਰ ਸਟ੍ਰੈਸ ਲੱਗੀ, ਉਹ ਕਿਤੇ ਮੂਵ ਹੋ ਗਿਆ 022 ਡੈਸ਼। ਐਂਡ ਤੁਸੀਂ ਫਿਰ ਸੋਚੋਗੇ ਕਿ ਇੱਥੇ ਡੀਫਾਰਮ ਹੋ ਗਿਆ, ਇੰਨਾ ਫਲੋ ਕਰ ਗਿਆ, ਹੁਣੇ ਰੁਕ ਜੂਗਾ, ਬਟ ਇਹ ਰੁਕਿਆ ਨਹੀਂ। ਹੋਇਆ ਕਿ ਸ਼ੇਅਰ ਸਟ੍ਰੈਸ ਉਨੀ ਹੀ ਪਈ ਸੀ ਟਾਊ, ਫਿਰ ਇਹ ਕਿਤੇ ਮੂਵ ਕਰ ਗਿਆ 033 ਡੈਸ਼ ਤੇ। ਫਿਰ ਆਪਾਂ ਸੋਚਿਆ ਕਿ ਸ਼ਾਇਦ ਵੀ ਇੱਥੇ ਆ ਕੇ ਰੁਕ ਜੂਗਾ, ਬਟ ਉਹ ਕਿੱਥੇ ਆ ਕੇ ਪਹੁੰਚ ਗਿਆ 044 ਡੈਸ਼ ਤੇ। ਹੁਣ ਤੁਸੀਂ ਇੱਥੇ ਇੱਕ ਚੀਜ਼ ਨੋਟ ਕਰੋ, ਜਿਹੜੀ ਮੇਰੀ ਸ਼ੇਅਰ ਸਟ੍ਰੈਸ ਆ ਥੋੜੀ ਜਿਹੀ ਲੱਗੀ, ਬਟ ਉਹਦਾ ਰਿਜ਼ਲਟ ਕੀ ਹੋਇਆ ਗਾਇਸ ਕਿ ਜਿਹੜਾ ਮੇਰਾ ਫਲੂਇਡ ਸੀਗਾ ਉਹ ਕੰਟੀਨਿਊਸਲੀ ਡੀਫਾਰਮ ਹੁੰਦਾ ਰਿਹਾ। ਡੀਫਾਰਮ ਤੋਂ ਮੇਰਾ ਕੀ ਭਾਵ ਆ ਕਿ ਉਹਦੀ ਸ਼ੇਪ ਜਿਹੜੀ ਆ ਉਹ ਚੇਂਜ ਹੁੰਦੀ ਗਈ, ਉਹ ਕਿ ਸ਼ੇਪ ਪਹਿਲੋਂ ਉਹਦੀ 011 ਤੋਂ 022 ਡੈਸ਼ ਹੋਈ, ਫਿਰ ਉਹ ਫਰਦਰ ਚੇਂਜ ਹੋ ਕੇ 033 ਡੈਸ਼ ਹੋ ਗਈ, ਫਿਰ ਉਹ ਫਰਦਰ ਚੇਂਜ ਹੋ ਕੇ ਕਿੰਨੀ ਹੋ ਗਈ 044 ਡੈਸ਼। ਸੋ ਇਸ ਕਰਕੇ ਆਪਾਂ ਜਿਹੜੀ ਡੈਫੀਨੇਸ਼ਨ ਆ ਫਲੂਇਡ ਦੀ, ਉਹ ਆਪਾਂ ਕੀ ਦਿੰਨੇ ਆ, ਇਹ ਸਟੇਟ ਆਫ ਮੈਟਰ। ਸਟੇਟ ਆਫ ਮੈਟਰ ਕਿਹੜੀ? ਫਲੂਇਡ। ਉਹ ਮੇਰਾ ਗੈਸ ਵੀ ਹੋ ਸਕਦੀ ਆ, ਫਲੂਇਡ ਮੇਰਾ ਲਿਕੁਇਡ ਵੀ ਹੋ ਸਕਦਾ। ਇੱਕ ਉਹੋ ਜੀ ਸਬਸਟੈਂਸ, ਇੱਕ ਇਹੋ ਜੀ ਸਬਸਟੈਂਸ ਮੇਰੀ ਜਿਹੜੀ ਕੰਟੀਨਿਊਸਲੀ ਡੀਫਾਰਮ ਹੋਵੇ ਜਦੋਂ ਉੱਤੇ ਥੋੜੀ ਜੀ ਸ਼ੇਅਰ ਸਟ੍ਰੈਸ ਲੱਗੇ। ਤੇ ਸ਼ੇਅਰ ਸਟ੍ਰੈਸ ਕੀ ਹੈ ਗਾਇਸ? ਮੇਰੀ ਫੋਰਸ ਪਰ ਯੂਨਿਟ ਏਰੀਆ, ਇੱਕ ਫੋਰਸ ਪਰ ਯੂਨਿਟ ਏਰੀਆ ਦੈਟ ਇਜ਼ ਨੋਨ ਐਜ਼ ਦੀ ਸ਼ੇਅਰ ਸਟ੍ਰੈਸ। ਸੋ ਜੇ ਆਪਾਂ ਸੋਲਿਡਸ ਦੀ ਗੱਲ ਕਰੀਏ ਗਾਇਸ, ਉਹਦੇ ਵਿੱਚ ਕੀ ਆ ਕਿ ਉਹਦੇ ਵਿੱਚ ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ ਤੁਸੀਂ ਲੋਡ ਦਿੰਨੇ ਹੋ, ਉਹ 'ਚ ਕੀ ਹੁੰਦਾ ਕਿ ਥੋੜੀ ਜਿਹੀ ਡੀਫਾਰਮੇਸ਼ਨ ਹੁੰਦੀ ਆ। ਹੋ ਸਕਦਾ ਕਿ ਜਦੋਂ ਤੁਸੀਂ ਲੋਡ ਹਟਾ ਦੋ, ਉਹ ਜਿਹੜੀ ਤੁਹਾਡਾ ਜਿਹੜੀ ਬੋਡੀ ਆ ਉਹ ਓਰੀਜਨਲ ਸ਼ੇਪ ਦੇ ਵਿੱਚ ਆ ਜਾਵੇ। ਬਟ ਇਨ ਕੇਸ ਆਫ ਦੀ ਫਲੂਇਡਸ,
ਫਲੂਇਡ ਦੇ ਕੇਸ ਵਿੱਚ ਕੀ ਹੁੰਦਾ ਸਟੂਡੈਂਟਸ ਕਿ ਜਿਹੜਾ ਮੇਰਾ ਫਲੂਇਡ ਆ ਇੱਕ ਵਾਰ ਡੀਫਾਰਮ ਹੋ ਜੇ ਉਹ ਮੇਰਾ 044 ਡੈਸ਼ ਤੋਂ ਆਪਣੀ ਓਰੀਜਨਲ ਸਟੇਟ ਤੇ 011 ਡੈਸ਼ ਤੇ ਨਹੀਂ ਪਹੁੰਚ ਸਕਦਾ। ਸੋ ਜਿਹੜੇ ਮੇਰੇ ਫਲੂਇਡਸ ਆ ਗਾਇਜ਼ ਉਹ ਕੰਟੀਨਿਊਸਲੀ ਡੀਫਾਰਮ ਹੋ ਜਾਂਦੇ ਨੇ, ਹੁੰਦੇ ਰਹਿੰਦੇ ਨੇ ਅੰਡਰ ਦੀ ਸ਼ੇਅਰ ਸਟ੍ਰੈਸ ਟਾਓ। ਤੇ ਦੂਸਰੀ ਗੱਲ ਉਹ ਆਪਣੀ ਓਰੀਜਨਲ ਜਿਹੜੀ ਪੋਜੀਸ਼ਨ ਆ ਉਹ ਆਪਣੀ ਮੇਨਟੇਨ ਨਹੀਂ ਰੱਖ ਸਕਦੇ, ਕਿਉਂਕਿ ਇਹਨੂੰ ਆਪਾਂ ਕਹਿ ਸਕਦੇ ਆ ਕਿ ਦੇ ਆਰ zero memory elements, they are zero memory substances। it means ਕਿ ਇਹਨਾਂ ਦੀ ਆਪਣੀ ਮੈਮਰੀ ਕੋਈ ਨਹੀਂ ਹੁੰਦੀ, ਕਿ ਇੱਕ ਵਾਰ ਡੀਫਾਰਮ ਹੋ ਗਏ ਉਹਨਾਂ ਨੇ ਉਸੇ ਸਟੇਟ ਵਿੱਚ ਹੀ ਡੀਫਾਰਮ ਹੋਈ ਜਾਣਾ। ਐਂਡ ਡੀਫਾਰਮ ਤੋਂ ਮੇਰਾ ਕੀ ਭਾਵ ਆ ਗਾਇਜ਼, ਡੀਫਾਰਮ ਤੋਂ ਮੇਰਾ ਮਤਲਬ ਆ ਕਿ ਜਿਹੜਾ ਮੇਰਾ ਫਲੂਇਡ ਆ ਉਹ ਕੰਟੀਨਿਊਸਲੀ ਫਲੋ ਕਰਦਾ ਜਾ ਰਿਹਾ, ਕੰਟੀਨਿਊਸਲੀ ਉਹ ਫੋਰਸ ਦੇ ਅੰਡਰ ਉਹ ਕੀ ਹੋ ਰਿਹਾ, ਉਹ ਕੰਟੀਨਿਊਸਲੀ ਆਪਣੀ ਸ਼ੇਪ ਜਿਹੜੀ ਆ ਉਹ ਰਿਟੇਨ ਨਹੀਂ ਰੱਖ ਪਾ ਰਿਹਾ। ਡੀਫਾਰਮੇਸ਼ਨ ਤੋਂ ਇਹ ਮੇਰਾ ਮਤਲਬ ਆ, ਇਟ ਸਿੰਪਲੀ ਮੀਨਸ ਦੈਟ ਇੱਕ ਜਿਹੜਾ ਫਲੂਇਡ ਆ ਉਹ ਕੰਟੀਨਿਊਸਲੀ ਕੀ ਹੋ ਰਿਹਾ, ਡੀਫਾਰਮ ਹੋ ਰਿਹਾ। ਠੀਕ ਆ ਜੀ। ਨਾਓ ਗਾਇਸ ਲੈਟਸ ਮੂਵ ਫਾਰਵਰਡ। ਤੁਸੀਂ ਦੇਖ ਸਕਦੇ ਹੋ ਜਿਵੇਂ ਐਗਜ਼ਾਮਪਲ ਦੇ ਵਿੱਚ ਕਿ ਜਦੋਂ ਅਸੀਂ ਸ਼ੇਅਰ ਸਟ੍ਰੈਸ ਲਗਾਈ ਟਾਓ, ਮੇਰਾ ਐਲੀਮੈਂਟ ਜਿਹੜਾ ਸੀਗਾ 011 ਡੈਸ਼ ਉਹ ਇਨੀਸ਼ੀਅਲੀ ਰੈਸਟ ਵਿੱਚ ਸੀਗਾ, ਫਿਰ ਉਹ ਮੂਵ ਹੋਇਆ ਟੂਵਰਡਸ 022 ਡੈਸ਼, ਫਿਰ ਉਹ ਮੂਵ ਹੋਇਆ ਟੂਵਰਡਸ 033 ਡੈਸ਼, ਫਿਰ ਉਹ ਮੂਵ ਹੋਇਆ ਟੂਵਰਡਸ 44 ਡੈਸ਼। ਇਹਨੂੰ ਆਪਾਂ ਕੀ ਕਹਿੰਦੇ ਆ ਕਿ ਇਟ ਇਜ਼ ਇਨ ਕੰਟੀਨਿਊਸ ਮੋਸ਼ਨ। ਇਹ ਕੰਟੀਨਿਊਸ ਮੋਸ਼ਨ ਵਿੱਚ ਹੀ ਡੀਫਾਰਮ ਹੋਇਆ, ਇਟ ਮੀਨਸ ਕਿ ਆਪਣੀ ਜਿਹੜੀ ਸ਼ੇਪ ਆ ਉਹ ਰਿਟੇਨ ਨਹੀਂ ਰੱਖ ਪਾਇਆ। ਸੋ ਜਿਹੜਾ ਮੇਰਾ ਫਲੂਇਡ ਆ, ਜਦੋਂ ਵੀ ਆਪਾਂ ਕਿਸੇ ਵੀ ਫਲੂਇਡਿਕ ਐਲੀਮੈਂਟ ਤੇ ਆਪਾਂ ਸ਼ੇਅਰ ਸਟ੍ਰੈਸ ਲਾਉਂਦੇ ਆ, ਉਹ ਕੰਟੀਨਿਊਸਲੀ ਕੀ ਹੋਈ ਜਾਂਦਾ, ਉਹ ਡੀਫਾਰਮ ਹੋਈ ਜਾਂਦਾ, ਆਪਣੀ ਸ਼ੇਪ ਜਿਹੜੀ ਆ ਉਹ ਚੇਂਜ ਕਰਦਾ ਰਹਿੰਦਾ ਉਹ। ਸੋ ਦੈਟ ਇਜ਼ ਨੋਨ ਐਜ਼ ਦੀ ਫਲੂਇਡ। ਨਾਓ ਜਿਹੜਾ ਮੇਰਾ ਫਲੂਇਡ ਹੈ ਗਾਇਜ਼ ਇੱਕ ਡਿਪੈਂਡ ਕਰਦਾ ਕਿ ਬੜੀਆਂ ਚੀਜ਼ਾਂ ਤੇ ਕਿ ਫਲੂਇਡ ਮੇਰਾ ਫਲੋ ਕਿਉਂ ਹੋ ਰਿਹਾ, ਉਹਦੀ ਜਿਹੜੀ ਸਟੱਡੀ ਆਪਾਂ ਬਾਅਦ ਚੋਂ ਕਰਾਂਗੇ। ਇਟ ਮੀਨਸ ਕਿ ਪ੍ਰੈਸ਼ਰ ਡਿਫਰੈਂਸ ਕਰਕੇ ਫਲੋ ਹੋ ਰਿਹਾ, ਜਾਂ ਉੱਤੇ ਕੋਈ ਫੋਰਸ ਲੱਗ ਰਹੀ ਆ, ਜਾਂ ਫਿਰ ਕੋਈ ਹੋਰ ਰੀਜ਼ਨ ਆ। ਸੋ ਉਹ ਆਪਾਂ ਜਿਹੜੇ ਚੀਜ਼ਾਂ ਉਹ ਆਪਾਂ ਬਾਅਦ ਚੋਂ ਡਿਸਕਸ ਕਰਾਂਗੇ। ਸੋ ਫਸਟ ਥਿੰਗ ਇਜ਼ ਕਿ ਫਲੂਇਡ ਦੀ ਡੈਫੀਨੇਸ਼ਨ। ਸੋ ਡੈਫੀਨੇਸ਼ਨ ਸਿੰਪਲੀ ਸਟੇਟਸ that a fluid is a substance that deforms continuously under the tangential or the shear stress। it simply means कि ਜਿਹੜਾ ਮੇਰਾ fluid ਆ ਇੱਕ ਵਾਰ ਉਤੇ shear stress ਲੱਗ ਗਈ ਉਹ ਆਪਣੀ original shape retain ਨਹੀਂ ਰੱਖ ਸਕਦਾ, and as a result of that ਉਹ continuously flow ਕਰਦਾ ਰਹਿੰਦਾ, ਜਾਂ ਫਿਰ ਉਹ continuously ਕੀ ਹੁੰਦਾ ਰਹਿੰਦਾ, ਉਹ deformed means ਕਿ ਆਪਣੀ original shape ਉਹ maintain ਨਹੀਂ ਰੱਖ ਪਾਉਂਦਾ। ਹਾਂਜੀ ਇਹਦੇ ਰੀਜ਼ਨ ਬੜੇ ਨੇ ਗਾਇਸ, ਉਹ ਆਪਾਂ ਅੱਗੇ ਦੇਖਦੇ ਹਾਂ। okay, ਹੁਣ difference ਆ between solid and a fluid। okay, solid guys, it is a compact structure। compact structure ਤੋਂ ਕੀ ਭਾਵ ਆ ਤੁਹਾਡਾ ਕਿ ਜਿਹੜਾ ਮੇਰਾ solid ਆ, ਕੋਈ ਵੀ ਸਬਸਟੈਂਸ ਆ, ਕੋਈ ਵੀ ਮੇਰਾ ਐਲੀਮੈਂਟ ਆ, ਭਾਵੇਂ ਉਹ ਇੱਕ ਹਿਊਮਨ ਬੋਡੀ ਹੋਵੇ ਜਾਂ ਫਿਰ ਇੱਕ ਉਹ ਨੈਚੁਰਲ ਕੋਈ ਵੀ ਮੇਰੀ ਟਰੀ ਹੋਵੇ ਜਾਂ ਕੋਈ ਵੀ ਮੇਰੀ ਕੰਪੋਨੈਂਟ ਹੋਵੇ, ਹਰ ਇੱਕ ਜਿਹੜੀ ਵੀ ਦੁਨੀਆ ਤੇ ਚੀਜ਼ ਆ ਉਹ ਐਟਮਸ ਦੀ ਬਣੀ ਹੁੰਦੀ ਆ ਗਾਇਸ। ਐਟਮਸ ਜਦੋਂ ਆਪਸ ਵਿੱਚ ਮਿਲਦੇ ਨੇ ਉਹ ਮੋਲੀਕਿਊਲ ਬਣਾਉਂਦੇ ਨੇ, ਜਦੋਂ ਮੋਲੀਕਿਊਲ ਆਪਸ ਵਿੱਚ ਬਣਾਉਂਦੇ ਨੇ ਉਦੋਂ ਉਹ ਮੈਟਰ ਬਣਾਉਂਦੇ ਨੇ। ਐਂਡ ਮੈਟਰ ਜਿਹੜਾ ਵਾ ਗਾਇਜ਼ ਮੈਂ ਦੱਸਿਆ ਸੀ ਤੁਹਾਨੂੰ, ਉਹਦੀਆਂ ਜਿਹੜੀਆਂ ਮੇਜਰ ਜਿਹੜੀਆਂ ਕੈਟੇਗਰੀਜ਼ ਨੇ ਉਹ ਤਿੰਨ ਨੇ, ਜਾਂ ਤੇ ਉਹ ਸੋਲਿਡ ਹੋਊਗਾ, ਜਾਂ ਤੇ ਉਹ ਫਲੂਇਡਿਕ ਹੋਊਗਾ। ਫਲੂਇਡਿਕ ਤੋਂ ਭਾਵ ਕੀ ਆ ਮੇਰਾ ਕਿ ਜਾਂ ਤੇ ਉਹ ਗੈਸੀਅਸ ਫਾਰਮ ਦੇ ਵਿੱਚ ਹੋਊਗਾ, ਜਾਂ ਫਿਰ ਉਹ ਕਿਹਦੇ ਵਿੱਚ ਹੋਊਗਾ, ਆਪਣਾ ਲਿਕੁਇਡ ਫਾਰਮ ਦੇ ਵਿੱਚ। ਐਂਡ ਫਲੂਇਡ ਜਿਹੜੇ ਨੇ ਉਹ ਕਵਰ ਕਰਦੇ ਨੇ ਦੋਵਾਂ ਗੈਸਾਂ ਨੂੰ ਤੇ ਆਪਣੇ ਲਿਕੁਇਡਸ ਨੂੰ, ਕਿਉਂਕਿ ਇਹ ਦੋ ਚੀਜ਼ਾਂ ਨੇ ਜਿਹੜੀਆਂ ਮੇਰੀਆਂ ਫਲੋ ਕਰ ਸਕਦੀਆਂ ਨੇ। ਸੋਲਿਡ ਜਿਹੜਾ ਵਾ ਗਾਇਜ਼ ਉਹ ਫਲੋ ਨਹੀਂ ਕਰ ਸਕਦਾ, ਸੋ ਦੈਟਸ ਵਾਈ ਉਹਨੂੰ ਆਪਾਂ ਫਲੂਇਡ ਨਹੀਂ ਕਹਿ ਸਕਦੇ। ਸੋ ਫਲੂਇਡ ਇਜ਼ ਅ ਸਟੇਟ ਆਫ ਮੈਟਰ ਵਿਚ ਕੈਨ ਫਲੋ। ਹਾਂਜੀ ਆਪਾਂ ਵਾਪਸ ਆਉਂਦੇ ਹਾਂ ਟੌਪਿਕ ਤੇ। ਆਪਾਂ ਗੱਲ ਕਰ ਰਹੇ ਸੀਗੇ ਕਿ ਸੋਲਿਡ ਦੀ। ਸੋਲਿਡ ਕੀ ਹੁੰਦਾ ਕਿ ਹਰ ਇੱਕ ਜਿਹੜੀ ਵੀ ਮੇਰੀ ਜਿਹੜਾ ਵੀ ਐਲੀਮੈਂਟ ਸਾਨੂੰ ਮਿਲਦਾ ਧਰਤੀ ਦੇ ਉੱਪਰ, ਉਹ ਬਣਿਆ ਹੁੰਦਾ ਗਾਇਜ਼ ਐਟਮਸ ਦਾ। ਐਟਮ ਜਦੋਂ ਇਕੱਠੇ ਹੁੰਦੇ ਨੇ ਉਹ ਬਣਦੇ ਨੇ ਮੋਲੀਕਿਊਲਸ, ਐਂਡ ਮੋਲੀਕਿਊਲ ਜਦੋਂ ਇਕੱਠੇ ਹੁੰਦੇ ਨੇ ਉਹ ਬਣਦਾ ਮੇਰਾ ਮੈਟਰ। ਜਿਹੜਾ ਸੋਲਿਡ ਆ ਉਹਦੇ ਜਿਹੜੇ ਮੋਲੀਕਿਊਲਸ ਨੇ ਉਹ ਕਾਫੀ ਇੱਕ ਦੂਜੇ ਨਾਲ ਮਤਲਬ ਕਿ ਕਾਫੀ ਟਾਈਟਲੀ ਪੈਕਡ ਹੁੰਦੇ ਨੇ, ਉਹਨੂੰ ਆਪਾਂ ਕਹਿੰਦੇ ਆ ਫੋਰਸ ਆਫ ਕੋਹੈਸ਼ਨ। ਫੋਰਸ ਆਫ ਕੋਹੈਸ਼ਨ ਉਹ ਕੀ ਆ ਕਿ ਇੱਕ ਇਹੋ ਜਿਹੀ ਫੋਰਸ, ਇੱਕ ਅਟਰੈਕਟਿਵ ਫੋਰਸ ਦੁਨੀਆ ਵਿੱਚ ਹਰ ਇੱਕ ਜਿਹੜੀ ਚੀਜ਼ ਹੈ ਇੱਕ ਦੂਜੇ ਨੂੰ ਆਪਣੇ ਵੱਲ ਅਟਰੈਕਟ ਕਰਦੀ ਹੈ, ਭਾਵੇਂ ਉਹ ਚੰਨ ਜਾਂ ਫਿਰ ਸੂਰਜ ਹੋਵੇ, ਜਾਂ ਫਿਰ ਉਹ ਸੂਰਜ ਜਾਂ ਫਿਰ ਧਰਤੀ ਹੋਵੇ, ਜਾਂ ਫਿਰ ਉਹ ਧਰਤੀ ਜਾਂ ਫਿਰ ਚੰਦਰਮਾ ਹੋਵੇ। ਹਰ ਇੱਕ ਜਿਹੜੀ ਚੀਜ਼ ਆ ਇੱਕ ਦੂਜੇ ਨੂੰ ਅਟਰੈਕਟ ਕਰ ਰਹੀ ਆ ਵਿਦ ਦੀ ਹੈਲਪ ਆਫ ਦੀ ਗ੍ਰੈਵੀਟੇਸ਼ਨਲ ਫੋਰਸ। ਬਟ ਜਿਹੜੀ ਫੋਰਸ ਮੇਰੀ ਫਾਈਂਡ ਆਊਟ ਹੁੰਦੀ ਆ ਮੋਲੀਕਿਊਲਸ ਦੇ ਵਿੱਚ, ਉਹਨੂੰ ਆਪਾਂ ਕਹਿੰਦੇ ਆ ਫੋਰਸ ਆਫ ਅਟਰੈਕਸ਼ਨ ਬਿਟਵੀਨ ਦੀ ਸੇਮ ਮੋਲੀਕਿਊਲਸ। ਸੇਮ ਟਾਈਪ ਦੇ ਮੋਲੀਕਿਊਲਸ ਜਿਹੜੇ ਨੇ ਉਹਨਾਂ ਵਿੱਚ ਮੇਰੀ ਇੱਕ ਫੋਰਸ ਆਫ ਅਟਰੈਕਸ਼ਨ ਆ। ਉਹ ਅਟਰੈਕਸ਼ਨ ਕਿਹੜੀ ਆ ਮੇਰੀ, ਉਹ ਸੋਲਿਡ ਵਿੱਚ ਬਹੁਤ ਜ਼ਿਆਦਾ ਹੁੰਦੀ ਆ।
ਇਸ ਕਰਕੇ ਉਹ ਮੇਰੇ ਜ਼ਿਆਦਾ ਕੰਪੈਕਟ ਹੁੰਦੇ ਨੇ। ਇਟ ਮੀਨਸ ਕਿ ਜ਼ਿਆਦਾ ਉਹ ਟਾਈਟਲੀ ਪੈਕਡ ਹੁੰਦੇ ਨੇ। ਬਟ ਜਿਹੜੇ ਮੇਰੇ ਫਲੂਇਡਸ ਨੇ, ਲਿਕੁਇਡ ਹੋ ਗਏ, ਗੈਸਿਸ ਹੋ ਗਈਆਂ, ਉਹਨਾਂ ਦਾ ਸਟਰਕਚਰ ਜਿਹੜਾ ਵਾ ਇੰਨਾ ਕੰਪੈਕਟ ਨਹੀਂ ਹੁੰਦਾ। ਤੁਸੀਂ ਐਗਜ਼ਾਮਪਲ ਦੇਖ ਲਓ, ਤੁਸੀਂ ਜੇ ਆਪਣਾ ਗਲਾਸ ਪਾਣੀ ਦਾ ਲਓ ਐਂਡ ਕੀ ਕਹਿੰਦੇ, ਤੁਸੀਂ ਉਹਨੂੰ ਕਿਸੇ ਹੋਰ ਦੂਜੇ ਕਿਸੇ ਵੀ ਭਾਂਡੇ ਵਿੱਚ ਤੁਸੀਂ ਟ੍ਰਾਂਸਫਰ ਕਰੋਗੇ, ਜਿਹੜਾ ਲਿਕੁਇਡ ਆ ਉਹ ਸ਼ੇਪ ਲੈ ਲੂਗਾ ਤੁਹਾਡੀ। ਇਟ ਸਿੰਪਲੀ ਮੀਨਸ ਕਿ ਕੁਆਇਟ ਵਰਸੇਟਾਈਲ ਆ, ਉਹਦਾ ਜਿਹੜਾ ਸਟਰਕਚਰ ਆ ਇੰਨਾ ਕੰਪੈਕਟ ਨਹੀਂ ਹੈਗਾ। ਬਟ ਜੇ ਤੁਸੀਂ ਇੱਕ ਤੁਸੀਂ ਪੀਸ ਲਓ ਲੱਕੜ ਦਾ ਐਂਡ ਤੁਸੀਂ ਇਹਨੂੰ ਆਪਣੇ ਕਿਸੇ ਵੀ ਸਾਂਚੇ ਵਿੱਚ ਪਾ ਦੇਵੋ, ਉਹਦੀ ਜਿਹੜੀ ਸ਼ੇਪ ਆ ਉਹ ਸੇਮ ਰਹੂਗੀ। ਉਹ ਭਾਵੇਂ ਤੁਸੀਂ ਉਹਨੂੰ ਕੌਲੀ ਵਿੱਚ ਪਾਓ, ਭਾਵੇਂ ਤੁਸੀਂ ਪਲੇਟ ਵਿੱਚ ਪਾਓ, ਭਾਵੇਂ ਤੁਸੀਂ ਜਿਹੜੇ ਮਰਜ਼ੀ ਸਾਂਚੇ ਵਿੱਚ ਪਾ ਲਓ, ਉਹਦੀ ਸ਼ੇਪ ਕੀ ਰਹੂਗੀ? ਮੇਰੀ ਸੇਮ ਰਹੂਗੀ, ਕਿਉਂਕਿ ਉਹਦਾ ਜਿਹੜਾ ਸਟਰਕਚਰ ਆ ਉਹ ਮੇਰਾ ਕੰਪੈਕਟ ਆ। ਬਟ ਜਿਹੜਾ ਮੇਰਾ ਫਲੂਇਡ ਦਾ ਸਟਰਕਚਰ ਆ ਉਹ ਕੀ ਆ ਗਾਇਸ? ਮੇਰਾ ਲੈਸ ਕੰਪੈਕਟ ਆ। ਇਹਦਾ ਸਿੰਪਲ ਰੀਜ਼ਨ ਆ ਗਾਇਸ, ਅਟਰੈਕਟਿਵ ਫੋਰਸਿਸ। ਮੈਂ ਦੱਸਿਆ ਸੀਗਾ ਕਿ ਜਿਹੜੇ ਮੇਰੇ ਸੋਲਿਡਸ ਨੇ ਉਹਨਾਂ 'ਚ ਜਿਹੜੀ ਅਟਰੈਕਟਿਵ ਫੋਰਸ ਹੁੰਦੀ ਆ, ਦੈਟ ਇਜ਼ ਦੀ ਫੋਰਸ ਆਫ ਦੀ ਕੋਹੈਸ਼ਨ, ਦੈਟ ਇਜ਼ ਦੀ ਫੋਰਸ ਆਫ ਅਟਰੈਕਸ਼ਨ ਬਿਟਵੀਨ ਦੀ ਮੋਲੀਕਿਊਲਸ, ਉਹ ਕੀ ਹੁੰਦੀ ਆ? ਮੇਰੀ ਜ਼ਿਆਦੀ ਹੁੰਦੀ ਆ ਬਿਟਵੀਨ ਦੀ ਸੋਲਿਡ। ਤਾਂ ਕਰਕੇ ਜਿਹੜਾ ਕੱਲਾ ਮੋਲੀਕਿਊਲ ਆ ਉਹ ਆਪਸ ਦੇ ਵਿੱਚ ਟਾਈਟਲੀ ਪੈਕਡ ਹੁੰਦਾ, ਉਹ ਇੱਕ ਦੂਜੇ ਨਾਲ ਉਹ ਕੰਪਲੀਟਲੀ ਟਾਈਟਲੀ ਪੈਕਡ ਹੁੰਦੇ ਨੇ ਉਹ। ਤੇ ਜਿਹੜਾ ਮੇਰਾ ਫਲੂਇਡ ਆ ਗਾਇਸ, ਉਹਦੀਆਂ ਜਿਹੜੀਆਂ ਅਟਰੈਕਟਿਵ ਫੋਰਸਿਸ ਨੇ ਉਹ ਐਜ਼ ਕੰਪੇਅਰ ਟੂ ਸੋਲਿਡ ਉਹ ਕਾਫੀ ਘੱਟ ਹੁੰਦੀਆਂ ਨੇ। ਠੀਕ ਹੈ ਜੀ। ਜਿਹੜਾ ਸੋਲਿਡ ਆ ਗਾਇਸ, ਉਹ ਤੁਹਾਡੀ ਟੈਂਜੈਂਸ਼ੀਅਲ ਸਟ੍ਰੈਸ ਨੂੰ ਰੈਜ਼ਿਸਟ ਕਰ ਸਕਦਾ। ਤੁਸੀਂ ਐਗਜ਼ਾਮਪਲ ਦੇਖ ਸਕਦੇ ਹੋ ਇਨ ਦਿਸ ਕੇਸ, ਇੱਕ ਸੋਲਿਡ ਆ, ਮੇਰੇ ਕੋਲ ਬਲੌਕ ਆ ਸੋਲਿਡ ਦਾ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੇਰਾ ਸੋਲਿਡ ਦਾ ਬਲੌਕ ਆ, ਇਹਦੇ ਐਜਿਸ ਨੇ, ਦਿਸ ਇਜ਼ H1, ਦਿਸ ਇਜ਼ H2, H3 ਐਂਡ H4। ਉਹਦੇ ਤੇ ਆਪਾਂ ਸ਼ੇਅਰ ਸਟ੍ਰੈਸ ਟਾਓ ਲਗਾਈ। ਆਪਾਂ ਟਾਓ ਜਦੋਂ ਸ਼ੇਅਰ ਸਟ੍ਰੈਸ ਲਗਾਈ ਉਹਦੇ ਤੇ, ਤੁਸੀਂ ਦੇਖਿਆ ਕਿ ਆਪਾਂ ਜਿਹੜੀ ਸ਼ੇਅਰ ਸਟ੍ਰੈਸ ਆ ਉਹ ਲਗਾਈ ਆਪਾਂ ਲੈਫਟ ਟੂ ਰਾਈਟ। ਹੋਇਆ ਕਿ ਜਿਹੜਾ ਮੇਰਾ ਆਹ ਵਾਲਾ ਐਜ ਆ, ਦਿਸ ਐਜ, ਇਟ ਇਜ਼ ਬੀਨ ਡੀਫਾਰਮਡ ਐਂਡ ਉਹ ਇਧਰਲੇ ਪਾਸੇ ਆ ਗਿਆ ਉਹ। ਕਿਉਂਕਿ ਜਦੋਂ ਤੁਸੀਂ ਕਿਸੇ ਵੀ ਚੀਜ਼ ਤੇ ਤੁਸੀਂ ਫੋਰਸ ਲਗਾਓਗੇ, ਉਹਦੀ ਜਿਹੜੀ ਸ਼ੇਪ ਆ ਉਹ ਵਿਗੜਨੀ ਆ। ਇਹ ਬੜੀ ਸਿੰਪਲ ਜਿਹੀ ਐਗਜ਼ਾਮਪਲ ਆ ਇਹ। ਤੁਸੀਂ ਭਾਵੇਂ ਇਹ ਪੀਸ ਆਫ ਪੇਪਰ ਲਓ ਜਾਂ ਤੁਸੀਂ ਕੋਈ ਵੀ ਮੈਟਲ ਲਓ, ਤੁਸੀਂ ਸਟੀਲ ਲਓ, MS ਲਓ ਜਾਂ ਕੋਈ ਵੀ ਤੁਸੀਂ ਬਲੌਕ ਲਓ, ਉੱਤੇ ਤੁਸੀਂ ਜਦੋਂ ਕੋਈ ਵੀ ਜ਼ੋਰ ਲਗਾਓਗੇ ਜਾਂ ਸ਼ੇਅਰ ਸਟ੍ਰੈਸ ਇੰਡਿਊਸਡ ਹੋਊਗੀ, ਤੁਸੀਂ ਸ਼ੇਅਰ ਸਟ੍ਰੈਸ ਲਗਾਓਗੇ, ਹੋਊਗਾ ਕਿ ਉਹ ਡੀਫਾਰਮ ਹੋ ਜਾਊਗਾ ਉਹ। ਹਾਂਜੀ, ਜਦੋਂ ਤੱਕ ਤੁਸੀਂ ਸ਼ੇਅਰ ਸਟ੍ਰੈਸ ਲਗਾ ਰਹੇ ਹੋ, ਉਹ ਆਪਣੀ ਥਾਂ ਤੋਂ ਜਿਹੜੇ ਐਜਿਸ ਨੇ ਉਹ ਮੇਰੇ, ਲੈਟਸ ਸੇ ਕਿ ਉਹ ਮੇਰੇ ਮੂਵ ਹੋ ਗਏ ਐਂਡ ਉਹ ਡੀਫਾਰਮ ਕਿੰਨਾ ਹੋਏ? ਲੈਟਸ ਸੇ ਐਂਗਲ ਅਲਫਾ। ਹੁਣ ਜਦੋਂ ਤੱਕ ਤੁਸੀਂ ਲੋਡ ਲਗਾਇਆ ਸੀਗਾ, ਹੋ ਸਕਦਾ ਕਿ ਉਦੋਂ ਤੱਕ ਇਹਦੀ ਸ਼ੇਪ ਜਿਹੜੀ ਆ, ਇਹ ਮੇਰੀ ਜਿਹਦੇ ਰੈੱਡ ਡਾਟ ਤੁਸੀਂ ਦੇਖ ਰਹੇ ਹੋ, ਉਹਦੀ ਸ਼ੇਪ ਇਹੋ ਜਿਹੀ ਹੋ ਜਾਵੇ। ਬਟ ਹੋ ਸਕਦਾ ਕਿ ਜਦੋਂ ਤੁਸੀਂ ਲੋਡ ਨੂੰ ਹਟਾ ਦਿਓ, ਉਹਦੀ ਜਿਹੜੀ ਸ਼ੇਪ ਆ ਉਹ ਓਰੀਜਨਲ ਸ਼ੇਪ ਦੇ ਵਿੱਚ ਉਹ ਆ ਜਾਵੇ। ਹੁਣ ਇਹਦਾ ਰੀਜ਼ਨ ਕੀ ਹੈ ਗਾਇਸ? ਇਹਦਾ ਰੀਜ਼ਨ ਇਹ ਆ ਕਿ ਜਦੋਂ ਤੱਕ ਤੁਸੀਂ ਲੋਡ ਲਗਾਇਆ ਸੀਗਾ, ਉਹ ਅੰਡਰ ਸ਼ੇਅਰ ਸਟ੍ਰੈਸ ਸੀਗਾ। ਉਹ ਇੱਕ ਹੁਕਸ ਲਾ ਹੁੰਦਾ ਸਾਡੇ, ਇਟ ਸਿੰਪਲੀ ਮੀਨਸ ਕਿ ਜਿਹੜੀ ਮੇਰੀ ਸ਼ੇਅਰ ਸਟ੍ਰੈਸ ਆ ਉਹ ਸ਼ੇਅਰ ਸਟ੍ਰੇਨ ਦੇ ਬਿਲਕੁਲ ਕੀ ਰਹਿੰਦੀ ਆ, ਬਿਲਕੁਲ ਉਹਦੇ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਦੇ ਆਰ ਸਿੰਪਲੀ ਰਿਲੇਟਡ ਟੂ ਈਚ ਅਦਰ, ਦੇ ਆਰ ਕਨਕਰੈਂਟ ਟੂ ਈਚ ਅਦਰ। ਨਾਓ ਹੁਣ ਤੁਸੀਂ ਦੇਖ ਸਕਦੇ ਜਦੋਂ ਤੁਸੀਂ ਲੋਡ ਨੂੰ ਰਿਮੂਵ ਕੀਤਾ, ਹੋ ਸਕਦਾ ਕਿ ਤੁਹਾਡਾ ਜਿਹੜਾ ਸੋਲਿਡ ਆ ਉਹ ਆਪਣੀ ਓਰੀਜਨਲ ਪੋਜੀਸ਼ਨ ਤੇ ਵਾਪਸ ਆ ਜਾਵੇ। ਇਟ ਸਿੰਪਲੀ ਮੀਨਸ ਕਿ ਜਿਹੜਾ ਤੁਹਾਡਾ ਸੋਲਿਡ ਆ ਉਹਦੀ ਜਿਹੜੀ ਮੈਮਰੀ ਆ ਉਹ ਹੁੰਦੀ ਆ ਕਿ ਜਿਹੜੀ ਉਹਦੀ ਓਰੀਜਨਲ ਸ਼ੇਪ ਆ ਉਹ ਆਪਣੀ ਰਿਟੇਨ ਕਰਕੇ ਰੱਖ ਸਕਦਾ। ਬਟ ਜਦੋਂ ਉਹ ਸ਼ੇਅਰ ਸਟ੍ਰੈਸ ਲਿਮਿਟ ਤੋਂ ਉੱਪਰ ਆਪਾਂ ਲੋਡ ਲਗਾਉਂਦੇ ਆ, ਕਿ ਜਦੋਂ ਹੁਕਸਲਾ ਮੇਰਾ ਫੇਲ ਹੋ ਜਾਂਦਾ, ਸ਼ੇਅਰ ਸਟ੍ਰੈਸ ਹੁੰਦੀ ਆ ਟਾਓ ਐਂਡ ਸ਼ੇਅਰ ਸਟ੍ਰੇਨ ਇਜ਼ ਕਿ ਜਿੰਨੀ ਤੁਹਾਡੀ ਲੈਂਥ ਜਿਹੜੀ ਆ ਉਹ ਕਿੰਨੀ ਇੰਕਰੀਜ਼ ਹੋਈ ਹੈ, ਕਿੰਨੀ ਇੰਕਰੀਜ਼ ਹੋਈ ਆ ਤੇ ਤੁਹਾਡੀ ਓਰੀਜਨਲ ਲੈਂਥ ਤੁਹਾਡੀ ਕਿੰਨੀ ਸੀਗੀ। ਹੁਣ ਸੋਲਿਡ ਦੇ ਵਿੱਚ ਕੀ ਹੋ ਸਕਦਾ ਕਿ ਜਦੋਂ ਤੁਸੀਂ ਲੋਡ ਨੂੰ ਰਿਮੂਵ ਕਰੋ, ਹੋ ਸਕਦਾ ਕਿ ਉਹ ਆਪਣੀ ਜਿਹੜੀ ਪੋਜੀਸ਼ਨ ਆ ਉਹ ਰਿਟੇਨ ਕਰ ਲਵੇ। ਉਹ ਜਿਹੜੀ ਪੋਜੀਸ਼ਨ ਆ ਉਹ ਆਪਾਂ ਇਲਾਸਟਿਕ ਲਿਮਿਟ ਤੱਕ ਰੱਖ ਸਕਦੇ ਹਾਂ, ਰਾਈਟ। ਉਹ ਤੁਸੀਂ SOM ਚ ਪੜੋਗੇ, ਵਾਟ ਇਜ਼ ਇਲਾਸਟਿਸਿਟੀ? ਸਿੰਪਲੀ ਮੀਨਸ ਦੈਟ ਇਟ ਇਜ਼ ਕੈਪੇਬਿਲਿਟੀ ਟੂ ਸਟ੍ਰੈਚ, ਰਾਈਟ। ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸੋਲਿਡਸ ਆ ਉਹ ਟੈਂਜੈਂਸ਼ੀਅਲ ਸਟ੍ਰੈਸ ਨੂੰ ਰੈਜ਼ਿਸਟ ਕਰ ਸਕਦੇ ਆ ਸਟੈਟਿਕ ਕੰਡੀਸ਼ਨ ਦੇ ਅੰਦਰ, ਬਟ ਜਿਹੜੇ ਮੇਰੇ ਫਲੂਇਡਸ ਆ ਉਹ ਟੈਂਜੈਂਸ਼ੀਅਲ ਸਟ੍ਰੈਸ ਨੂੰ ਦੇ ਕੈਨੋਟ ਰੈਜ਼ਿਸਟ ਦੀ ਟੈਂਜੈਂਸ਼ੀਅਲ ਸਟ੍ਰੈਸ। ਤੁਸੀਂ ਐਗਜ਼ਾਮਪਲ ਦੇਖ ਸਕਦੇ ਹੋ ਇਹਦੀ, ਆ ਜਿਵੇਂ ਆਪਾਂ ਐਗਜ਼ਾਮਪਲ ਲਈ ਸੀਗੀ, ਜਦੋਂ ਤੁਸੀਂ ਟੈਂਜੈਂਸ਼ੀਅਲ ਸਟ੍ਰੈਸ ਲਈ ਉਹ ਡਿਫਾਰਮ ਹੋਇਆ ਟੂਵਰਡਸ 2-2 ਫਿਰ ਡਿਫਾਰਮ ਹੋਇਆ ਟੂਵਰਡਸ 3-3 ਫਿਰ ਉਹ ਡਿਫਾਰਮ ਹੋਇਆ ਟੂਵਰਡਸ 4-4। ਸੋ ਤੁਸੀਂ ਦੇਖ ਸਕਦੇ ਹੋ ਫਲੂਇਡ ਵਿੱਚ ਕੀ ਆ, ਕੰਟੀਨਿਊਸਲੀ ਡਿਫਾਰਮੇਸ਼ਨ ਹੁੰਦੀ ਰਹਿੰਦੀ ਆ। ਬਟ ਇਨ ਕੇਸ ਆਫ ਦੀ ਸੋਲਿਡਸ ਉਹ ਡਿਫਾਰਮੇਸ਼ਨ ਜਿਹੜੀ ਆ ਉਹ ਸਿੰਗਲ ਹੁੰਦੀ ਆ। ਉਹ ਸਿੰਪਲੀ ਇਸ ਪੋਜੀਸ਼ਨ ਤੋਂ ਇਸ ਪੋਜੀਸ਼ਨ ਤੇ ਆਇਆ, ਉਹ ਐਜ਼ ਸਿੰਪਲ ਐਜ਼ ਦੈਟ।
ਕਿ ਫਰਦਰ ਤੁਸੀਂ ਜੇ ਸ਼ੇਅਰ ਸਟ੍ਰੈਸ ਲਗਾਓਗੇ ਉਹ ਫਰਦਰ ਉਹ ਜਾਂ ਤੇ ਟੁੱਟ ਜਾਊਗਾ ਜਾਂ ਫਿਰ ਉਹ ਆਪਣੀ ਜਾਂ ਫਿਰ ਜਦੋਂ ਤੁਸੀਂ ਲੋਡ ਨੂੰ ਰਿਮੂਵ ਕਰੋਗੇ ਉਹ ਆਪਣੀ ਓਰੀਜਨਲ ਪੋਜੀਸ਼ਨ ਤੇ ਵਾਪਸ ਆ ਜਾਊਗਾ। ਸੋ ਗਾਇਜ਼ ਆਪਾਂ ਕੰਟੀਨਿਊਸ ਰੱਖਾਂਗੇ ਇਸ ਲੈਕਚਰ ਨੂੰ। ਸੋ ਇਸ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਕਿ ਫਰਦਰ ਡਿਫਰੈਂਸ ਬਿਟਵੀਨ ਦੀ ਸੋਲਿਡਸ ਐਂਡ ਦੀ ਫਲੂਇਡਸ। ਸੋ ਟਿਲ ਦੈਨ ਆਈ ਬੀਡ ਯੂ ਫੇਅਰਵੈਲ।